ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਗੌੜੀ ਚੇਤੀ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਦੀ ਰਹਾਉ। ਦੇਖੋ ਭਾਈ ਗਿਆਨ ਕੀ ਆਈ ਆਂਦੀ, ਸਭੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਦੀ ਰਹਾਉ। ਦੁਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਛਾਨ ਪਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਆਂਦੀ ਪਾਛੇ ਜੋ ਜਲ ਬਰਖੈ, ਤੇਹ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪਰਗਾਸਾ, ਉਦੈ ਭਾਨ ਜਬ ਚੀਨਾ। ਆਂਦੀ ਪਾਛੈ ਜੋ ਜਲ ਬਰਖੈ, ਤਹਿ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪਰਗਾਸਾ, ਉਦੈ ਭਾਨ ਜਬ ਚੀਨਾ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਕੋਈ ਪਿਛਲਾ ਅੰਕੁਰ ਪ੍ਰਗਟਿਆ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤਸੰਗ ਦੀਆਂ ਕੁਝ ਘੜੀਆਂ ਨਸੀਬ ਹੋਈਆਂ। ਸਤਿਗੁਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਅਮੋਲਕ ਸਮਾਂ ਪ੍ਰਾਪਤ ਹੋਇਆ। ਗੁਰਮੁਖ ਪਿਆਰਿਓ, ਜਿਹੜਾ ਹੁਣੇ ਆਪਾਂ ਸ਼ਬਦ ਸਰਵਣ ਕੀਤਾ, ਇਹ ਪਵਿੱਤਰ ਸ਼ਬਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 331 ਅੰਗ ਉੱਪਰ ਸੁਸ਼ੋਭਿਤ ਹੈ। ਰਾਗ ਗੌੜੀ ਚੇਤੀ ਦੇ ਵਿੱਚ ਇਹ ਸ਼ਬਦ ਹੈ ਤੇ ਸ਼੍ਰੋਮਣੀ ਭਗਤ ਕਬੀਰ ਜੀ ਦੀ ਰਸਨਾ ਤੋਂ ਫਰਮਾਨ ਕੀਤਾ ਹੋਇਆ ਹੈ। ਆਓ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ, ਸਿੱਖਾਂ ਨੂੰ, ਵਿਦਿਆਰਥੀਆਂ ਨੂੰ, ਸਿੱਖਣ ਵਾਲਿਆਂ ਨੂੰ ਕੀ ਸਮਝਾ ਰਹੇ ਹਨ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਰਾਗ ਗੌੜੀ ਚੇਤੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 31 ਰਾਗਾਂ ਦੇ ਵਿੱਚੋਂ ਗੌੜੀ ਰਾਗ ਦੇ ਵਿੱਚ ਸ਼ਬਦ ਹੈ ਤੇ ਅੱਗੋਂ ਗੌੜੀ ਦੀ ਕਿਸਮ ਹੈ ਚੇਤੀ, ਤੇ ਭਗਤ ਕਬੀਰ ਜੀ ਦੀ ਰਸਨਾ ਤੋਂ ਫਰਮਾਨ ਕੀਤਾ ਇਹ ਸ਼ਬਦ ਹੈ। ਦੇਖੋ ਭਾਈ ਗਿਆਨ ਕੀ ਆਈ ਆਂਦੀ। ਪਹਿਲਾ ਕੰਮ ਕੀ ਹੁੰਦਾ?
ਗਿਆਨ ਦੀ ਹਨੇਰੀ ਮਨੁੱਖ ਦੇ ਅੰਦਰ ਆਉਂਦੀ ਹੈ। ਅਗਿਆਨਤਾ ਕੱਟਣ ਦਾ ਕਾਰਨ ਇਹੀ ਬਣਦਾ ਜਦੋਂ ਮਨੁੱਖ ਗੁਰੂ ਦੇ ਨਾਲ ਜੁੜਦਾ, ਜਦੋਂ ਮਨੁੱਖ ਨੂੰ ਆਤਮਿਕ ਗਿਆਨ ਪ੍ਰਾਪਤ ਹੁੰਦਾ ਤੇ ਇਹ ਗਿਆਨ ਦੀ ਹਨੇਰੀ ਮਨੁੱਖ ਦੇ ਅੰਦਰ ਆ ਜਾਂਦੀ ਹੈ। ਭਾਵ ਮਨੁੱਖ ਨੂੰ ਗਿਆਨ ਹੋ ਜਾਂਦਾ। ਉਹ ਗਿਆਨ ਦੇ ਨਾਲ ਫਿਰ ਕੈਸੀ ਅਵਸਥਾ ਬਣਦੀ ਹੈ। ਦੇਖੋ ਕਬੀਰਾ, ਜਹਾਂ ਗਿਆਨ ਤਹਿ ਧਰਮ ਹੈ। ਉਸ ਗਿਆਨ ਤੋਂ ਬਾਅਦ ਸ਼ੁਰੂਆਤ ਹੋਣੀ ਹੈ ਧਰਮ ਦੀ, ਕਿਉਂਕਿ ਇਹ ਰਾਮ ਘਚੋੜੇ ਦੇ ਵਿੱਚੋਂ ਪਹਿਲਾਂ ਤਾਂ ਸਾਨੂੰ ਅਸਲ ਧਰਮ ਦਾ ਪਤਾ ਲੱਗਣਾ ਚਾਹੀਦਾ ਵੀ ਅਸਲ ਧਰਮ ਕੀ ਹੈ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅਸਲ ਧਰਮ ਜਿਹੜਾ ਕੀ ਹੈ ਇਹ ਸਮਝਣਾ ਪਵੇਗਾ। ਜਾਂ ਆਪਾਂ ਐਂ ਸਮਝ ਲਈਏ ਵੀ ਇੱਕ ਸਿੱਖ ਬਣਨ ਵਾਸਤੇ ਮਨ ਨੂੰ ਅੰਦਰਲੀ ਪੜ੍ਹਾਈ ਕਰਨੀ ਪੈਂਦੀ ਹੈ। 5 ਖੰਡ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੇ ਵਿੱਚ ਸਮਝਾਏ ਹੋਏ ਆ ਵੀ ਪਹਿਲਾਂ ਧਰਮ ਖੰਡ, ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਭਾਵ ਧਰਮ ਨੂੰ ਜਾਣਨਾ ਵੀ ਧਰਮ ਅਸਲ ਹੈ ਕੀ। ਫਿਰ ਗਿਆਨ ਖੰਡ, ਧਰਮ ਨੂੰ ਜਾਣ ਗਿਆ ਜਦੋਂ ਦੁਨੀਆਦਾਰੀ ਵੱਲੋਂ ਥੋੜ੍ਹਾ ਬਹੁਤਾ ਮਨ ਮੁੜਿਆ ਆ, ਜਾਣਨ ਦੀ ਇੱਛਾ ਪ੍ਰਗਟ ਹੋ ਗਈ, ਫਿਰ ਗਿਆਨ ਲੈਣਾ ਮਨੁੱਖ ਸ਼ੁਰੂ ਕਰ ਦਿੰਦਾ। ਗਿਆਨ ਖੰਡ ਦੇ ਵਿੱਚ ਅਵਸਥਾ ਜਦੋਂ ਚਲੀ ਗਈ, ਫਿਰ ਆਪਣੇ ਆਪ ਦੀ ਘਾੜਤ ਘੜਨੀ ਸ਼ੁਰੂ ਹੁੰਦੀ ਹੈ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ। ਗੁਰੂ ਇਹ ਗਿਆਨ ਦੀ ਨਾਲ ਮਨੁੱਖ ਦੀ ਘਾੜਤ ਮਨ ਦੀ ਘੜ ਦਿੰਦਾ। ਇਹ ਅਵਸਥਾ ਬਣਦੀ ਹੈ ਜਦੋਂ ਮਨ ਘੜਿਆ ਜਾਂਦਾ, ਸਬਰ ਜਾਂਦਾ, ਫਿਰ ਕਰਮਖੰਡ, ਪਰਮਾਤਮਾ ਵਾਹਿਗੁਰੂ ਦੀ ਬਖਸ਼ਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਮਨੁੱਖ ਦੇ ਅੰਦਰੋਂ ਹਉਮੈ ਦਾ ਢੱਕਣ ਚੱਕਿਆ ਜਾਂਦਾ ਤੇ ਨਾਮ ਪੈਣਾ, ਆਤਮਿਕ ਗਿਆਨ ਪੈਣਾ ਸ਼ੁਰੂ ਹੋ ਜਾਂਦਾ। ਜਦੋਂ ਮਨੁੱਖ ਆਪਣੇ ਆਪ ਨੂੰ ਜਾਣ ਲੈਂਦਾ, ਆਪਣੇ ਆਪ ਨੂੰ ਸਮਝ ਲੈਂਦਾ ਕਿ ਮੈਂ ਰੱਬ ਦੀ ਹੀ ਮੂਰਤ ਹਾਂ, ਮੇਰੇ 2 ਪਾਸੇ ਆ, ਅੰਦਰਲਾ ਪਾਸਾ ਤੇ ਬਾਹਰਲਾ ਪਾਸਾ, ਸਿੱਕੇ ਦੇ 2 ਪਹਿਲੂ ਆ, ਇੱਕ ਅੰਦਰਲਾ ਇੱਕ ਬਾਹਰਲਾ, ਵਿਚਾਲੇ ਮਨ ਆ। ਅੰਦਰ ਮੇਰੇ ਸੱਚ ਆ, ਆਤਮਾ ਮੇਰੀ ਸੱਚ ਆ ਤੇ ਸਰੀਰ ਮੇਰਾ ਝੂਠ ਆ, ਵਿਚਾਲੇ ਮਨ ਆ। ਮਨ ਨੇ ਜੁੜਨਾ, ਜੇ ਤਾਂ ਸਰੀਰ ਵੱਲ ਜੁੜ ਗਿਆ ਤਾਂ ਸਰੀਰਕ ਕੰਮ ਕਰਨੇ ਮਨੁੱਖ ਸ਼ੁਰੂ ਕਰ ਦਿੰਦਾ। ਜੇ ਇੱਧਰੋਂ ਮਾੜਾ ਮੋਟਾ ਮਨ ਕਿਤੇ ਉਦਾਸ ਹੋ ਗਿਆ, ਗੁਰੂ ਦੇ ਬਚਨ ਕੋਈ ਲੱਗ ਗਿਆ, ਮਨ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਦੇ ਵਿੱਚ ਲੱਗ ਗਿਆ, ਤਾਂ ਬਾਹਰੋਂ ਮੁੜ ਕੇ ਸਰੀਰਕ ਕੰਮਾਂ ਵੱਲੋਂ ਮੁੜ ਕੇ ਆਪਣੇ ਆਤਮਾ ਵੱਲ ਨੂੰ ਮੁੱਖ ਮੰਨਦਾ ਹੋ ਜਾਂਦਾ। ਜਦੋਂ ਆਤਮਾ ਵੱਲ ਨੂੰ ਜਾਂਦਾ, ਸੱਚ ਵੱਲ ਨੂੰ ਜਾਂਦਾ, ਤਾਂ ਮਨੁੱਖ ਦਾ ਮਨ ਆ ਜਿਹੜਾ ਸੱਚਾ ਹੋ ਜਾਂਦਾ ਤੇ ਆਤਮਿਕ ਇਸ਼ਨਾਨ ਮਨੁੱਖ ਦਾ ਮਨ ਦਾ ਹੋ ਜਾਂਦਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਗਿਆਨ ਭਾਈ ਲੈਣਾ ਸਭ ਤੋਂ ਜ਼ਰੂਰੀ ਹੈ। ਹੁਣ 2 ਭਰਾ ਮੰਨ ਲਓ, ਇੱਕ ਨੇ ਤਾਂ ਗਿਆਨ ਲੈ ਲਿਆ, ਉਹ ਤਾਂ ਪੜ੍ਹ ਲਿਖ ਗਿਆ, ਵਧੀਆ ਨੌਕਰੀ ਕਰ ਗਿਆ, ਸ਼ਹਿਰ ਦੇ ਵਿੱਚ ਸੈੱਟ ਹੋ ਗਿਆ, ਤੇ ਦੂਜਾ ਉਹੀ ਭਰਾ ਉਹੀ ਸਾਰਾ ਕੁਝ ਆ ਤੇ ਉੱਥੇ ਹੀ ਖੜਾ, ਉਸੇ ਤਰ੍ਹਾਂ ਹੀ ਜਿਹੜਾ ਹੈ ਜਿਵੇਂ ਆਪਾਂ ਕਹਿ ਲਈਏ ਵੀ ਮੱਝਾਂ ਚਾਰਦਾ। ਇਹ ਬਾਹਰਲੀ ਗੱਲ ਆ, ਬਾਹਰੋਂ ਤਾਂ ਹੋ ਸਕਦਾ ਚਲੋ ਸਰ ਵੀ ਜਾਵੇ, ਪਰ ਅੰਦਰੋਂ ਨਹੀਂ ਸਰਨਾ। ਭਾਵ ਗਿਆਨ ਤੋਂ ਬਿਨਾਂ ਮਨੁੱਖ ਕਾਸੇ ਜੋਗਾ ਨਹੀਂ, ਮਨੁੱਖ ਅੰਨਾ। ਬਾਹਰੋਂ ਵੀ ਬੰਦਾ, ਜਿਹੜੇ ਸਿਆਣੇ ਬੰਦੇ ਆ, ਅਨਪੜ੍ਹ ਆ, ਉਹ ਕਹਿੰਦੇ ਆ ਪੁੱਤ ਦੱਸੀ ਕਿਰਾਏ ਬੱਸ ਕਿੱਧਰ ਨੂੰ ਜਾਣੀ ਹੈ, ਸਾਨੂੰ ਤਾਂ ਪਤਾ ਨਹੀਂ ਲੱਗਦਾ, ਲਿਖਿਆ ਵੀ ਹੋਇਆ। ਦੇਖੋ ਗਿਆਨ ਦਾ ਤੇ ਅਗਿਆਨ ਦਾ ਕਿੰਨਾ ਫਰਕ ਆ। ਬੱਸ ਲਿਖੀ ਹੋਈ ਆ ਵੀ ਜਗਰਾਉਂ, ਬੋਰਡ ਲੱਗਿਆ ਵੀ ਜਗਰਾਉਂ ਨੂੰ ਜਾਣੀ ਹੈ, ਤਾਂ ਵੀ ਨਹੀਂ ਦੀਂਦਾ, ਤਾਂ ਵੀ ਨਹੀਂ ਪਤਾ ਲੱਗਦਾ, ਲਿਖਿਆ ਵੀ ਨਹੀਂ ਦੀਂਦਾ ਅਗਿਆਨਤਾ ਦੇ ਕਾਰਨ। ਇਸੇ ਤਰ੍ਹਾਂ ਸੱਚਾ ਗਿਆਨ ਉਹ ਪਰਮਾਤਮਾ ਅਕਾਲ ਪੁਰਖ ਦਾ ਨਹੀਂ ਦੀਂਦਾ ਅਗਿਆਨਤਾ ਦੇ ਕਾਰਨ। ਸੋ ਮਨ ਨੂੰ ਗਿਆਨ ਲੈਣਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਸਾਡਾ ਤਾਂ ਗਿਆਨ ਹੀ ਗੁਰੂ ਹੈ। ਅਸੀਂ ਸਿੱਖ ਲੋਕ ਗੁਰੂ ਦੇ ਗਿਆਨ ਤੋਂ ਬਹੁਤ ਦੂਰੀ ਪਾ ਚੁੱਕੇ ਹਾਂ। ਸਾਨੂੰ ਨੇੜੇ ਹੋਣਾ ਚਾਹੀਦਾ। ਸਾਡੇ ਬੱਚਿਆਂ ਨੂੰ ਬੜੇ ਢੰਗ ਤਰੀਕੇ ਦੇ ਨਾਲ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਗੁਰਮੁਖ ਪਿਆਰਿਓ,
ਵੀ 8ਵੀਂ तक ਜਿਹੜਾ फेल नहीं करना बच्चा, ਇਹਦੇ ਵਿੱਚ बहुत ਵੱਡਾ ਰਾਜ ਆ ਕਿਸੇ ਕੌਮ ਨੂੰ ਅਗਿਆਨੀ ਕਰਨ ਦਾ, ਕਿਉਂਕਿ ਪੰਜਾਬੀ ਦੀ ਸਮਝ ਨਹੀਂ ਆਊਗੀ, ਲਾਂ ਦਲਾਂ ਦਾ ਨਾ ਪਤਾ ਲੱਗੂਗਾ। ਮਾਂ ਬੋਲੀ ਤੋਂ ਬਿਨਾਂ ਬੰਦਾ ਆਪਦੇ ਦਿਲ ਦੀ ਗੱਲ ਨਹੀਂ ਕਰ ਸਕਦਾ, ਸ਼ਬਦ ਨਹੀਂ ਲੱਭ ਸਕਦੇ। ਮਾਂ ਬੋਲੀ ਤੋਂ ਟੁੱਟ ਗਿਆ ਤੇ ਸਮਝ ਲਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਟੁੱਟ ਗਿਆ। ਗਿਆਨ ਤੋਂ ਬਿਨਾਂ ਸਾਡਾ ਜਿਹੜਾ ਹਰ ਇੱਕ ਦਾ ਹੀ, ਵੈਸੇ ਤਾਂ ਮਨੁੱਖ ਦਾ ਗੁਰੂ ਪਿਤਾ ਜੀ ਸਮਝਾ ਰਹੇ ਹਨ, ਬੁਰਾ ਹਾਲ ਹੋ ਜਾਂਦਾ ਗਿਆਨ ਤੋਂ ਬਿਨਾਂ। ਜੇ ਗਿਆਨ ਲੈ ਲਿਆ ਤੇ ਫਿਰ ਅਸੀਂ ਚੰਗੇ ਆ, ਤੇ ਇਹ ਗਿਆਨ ਲੈਣ ਦੀ ਉਮਰ ਕੋਈ ਨਹੀਂ। ਤੇ ਦੂਜਾ, ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲਿਆ ਜਾ ਸਕਦਾ। ਮਨੁੱਖ ਦੇ ਮਨ ਦੇ ਅੰਦਰ ਕਿਉਰਿਓਸਿਟੀ ਪੈਦਾ ਹੋਣੀ ਚਾਹੀਦੀ ਹੈ। ਇਹ ਜਿਹੜਾ ਉੱਪਰਲਾ ਇਹ ਕਾਰਜ ਆ, ਕਥਾ ਕੀਰਤਨ, ਇਹ ਤਾਂ ਸਿਰਫ ਇਹ ਆ ਵੀ ਅੰਦਰ ਭੁੱਖ ਆ ਜਿਹੜੀ ਉਹ ਪੈਦਾ ਹੋ ਜਾਵੇ, ਕਸ਼ਿਸ਼ ਬਣ ਜਾਵੇ। ਕਸ਼ਿਸ਼ ਤੋਂ ਬਾਅਦ ਕੋਸ਼ਿਸ਼, ਕੋਸ਼ਿਸ਼ ਤੋਂ ਬਾਅਦ ਜਦੋਂ ਮਨੁੱਖ ਫਿਰ ਲੈਣਾ ਸ਼ੁਰੂ ਕਰ ਦਿੰਦਾ, ਮਨੁੱਖ ਦੀ ਆਪਣੀ ਇੱਛਾ ਇਹ ਬਣਨੀ ਚਾਹੀਦੀ ਹੈ ਕਿ ਮੈਂ ਗਿਆਨ ਲਵਾਂ, ਆਪਣੇ ਆਪ ਨੂੰ ਜਾਣਾ। ਕਿਤੇ ਮੈਂ ਤਿੰਨਾਂ ਗੁਣਾਂ ਦੇ ਵਿੱਚ ਤਾਂ ਨਹੀਂ, ਉਹ ਇੱਕ ਸੁਆਦ ਆ, ਇੱਕ ਆਨੰਦ ਆ ਉਸ ਅਵਸਥਾ ਦਾ, ਮੈਂ ਉਹ ਤੋਂ ਵਾਂਝਾ ਨਾ ਰਹਿ ਜਾ। ਇਹ ਮੇਰੇ ਵਾਸਤੇ ਜ਼ਰੂਰੀ ਆ, ਹਰ ਸਿੱਖ ਦੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਰਸ ਕਰਨਾ ਜ਼ਰੂਰੀ ਹੈ। ਇੱਕ ਤਰ੍ਹਾਂ ਦਾ ਸਿੱਖ ਬਣਨ ਦਾ ਇਹ ਗੁਰਬਾਣੀ ਕੋਰਸ ਆ ਗੁਰਮੁਖ ਪਿਆਰਿਓ। ਤੇ ਇਹ ਅੰਦਰਲਾ ਆਤਮਿਕ ਗਿਆਨ ਆ ਜਿਹੜਾ, ਬਾਹਰਲੇ ਗਿਆਨ ਦਾ ਤੇ ਅੰਦਰਲੇ ਗਿਆਨ ਦਾ ਫਰਕ ਇਹ ਆ ਵੀ ਗਿਆਨ ਇੱਕ ਤਾਕਤ ਆ, ਗਿਆਨ ਇੱਕ ਸ਼ਕਤੀ ਆ, ਗਿਆਨ ਇੱਕ ਚਾਕੂ ਦੀ ਤਰ੍ਹਾਂ, ਉਸ ਚਾਕੂ ਦੇ ਨਾਲ ਕਿਸੇ ਦਾ ਗਲ ਵੀ ਘੁੱਟਿਆ ਜਾ ਸਕਦਾ ਤੇ ਕਿਸੇ ਦਾ ਆਪਰੇਸ਼ਨ ਵੀ ਕੀਤਾ ਜਾ ਸਕਦਾ। ਭਾਵ ਗਿਆਨ ਨੂੰ ਮਾਇਆ ਕਮਾਉਣ ਵਾਸਤੇ ਵੀ ਵਰਤਿਆ ਜਾ ਸਕਦਾ ਤੇ ਉਸੇ ਗਿਆਨ ਨੂੰ ਪ੍ਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਵੀ ਵਰਤਿਆ ਜਾ ਸਕਦਾ। ਇਹ ਫਰਕ ਆ ਜਿਹੜਾ ਅੰਦਰਲਾ ਗਿਆਨ ਆ। ਜਦੋਂ ਅੰਦਰੋਂ ਮਨੁੱਖ ਗੁਰਮੁਖ ਬਣ ਗਿਆ, ਉਦੋਂ ਬਾਅਦ ਪਦਵੀ ਪੋਸਟ ਬਾਹਰਲੀ ਦੁਨੀਆ ਦੀ ਜਿਹੜੀ ਮਰਜ਼ੀ ਹੋਵੇ, ਗੁਰਮੁਖ ਡਾਕਟਰ ਹੋਣਗੇ, ਗੁਰਮੁਖ ਮਾਸਟਰ ਹੋਣਗੇ, ਗੁਰਮੁਖ ਲੀਡਰ ਹੋਣਗੇ, ਸਬਰਿਆ ਹੋਇਆ ਸਮਾਜ ਹੋਵੇਗਾ। ਨਹੀਂ ਤਾਂ ਫਿਰ ਸਾਰਾ ਕੁਝ ਉਲਟ ਹੋਵੇਗਾ। ਇਸੇ ਤਰ੍ਹਾਂ ਹੀ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਇਸੇ ਤਰ੍ਹਾਂ ਹੀ ਸਾਡੇ ਅੰਦਰ ਆ। ਪਹਿਲਾਂ ਸਾਡੇ ਅੰਦਰਲਾ ਸੰਸਾਰ ਸਬਰੇਗਾ, ਅੰਦਰੋਂ ਅਸੀਂ ਗੁਰਮੁਖ ਬਣਾਂਗੇ। ਕਿਉਂਕਿ ਗੁਰਬਾਣੀ ਦੇ ਨੁਕਤੇ ਇਹੀ ਹੈ ਵੀ ਜੇ ਵੱਧ ਤੋਂ ਵੱਧ ਲਾਹਾ ਲੈਣਾ ਤਾਂ ਗੁਰਮੁਖ ਪਿਆਰਿਓ ਇਹ ਸਮਝਿਓ ਕਿ ਮੈਨੂੰ ਕਿਹਾ ਜਾ ਰਿਹਾ, ਮੈਨੂੰ ਸਮਝਾਇਆ ਜਾ ਰਿਹਾ, ਅਸੀਂ ਮਨਮੁਖ ਤੋਂ ਗੁਰਮੁਖ ਬਣਨਾ ਸ਼ੁਰੂ ਕਰ ਰਹੇ ਹਾਂ। ਅਸੀਂ ਗੁਰੂ ਦਾ ਗਿਆਨ, ਪਵਿੱਤਰ ਗਿਆਨ, ਅਮੋਲਕ ਗਿਆਨ ਲੈਣਾ ਹੈ, ਬੜੀ ਸ਼ਰਧਾ ਭਾਵਨਾ ਦੇ ਨਾਲ, ਬੜੀ ਤੀਬਰ ਇੱਛਾ ਦੇ ਨਾਲ ਲੈਣਾ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਰਾਗ ਗੌੜੀ ਚੇਤੀ ਦੇ ਰਾਹੀਂ, ਦੇਖੋ ਭਾਈ ਗਿਆਨ ਕੀ ਆਈ ਆਂधी, ਸਬੈ ਉਡਾਨੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ ਰਹਾਉ। ਜਦੋਂ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕੇਵਲ ਤੇ ਕੇਵਲ ਗਿਆਨ ਲੈਣ ਆਉਂਦਾ ਹੈ, ਬਾਕੀ ਦੀਆਂ ਇੱਛਾਵਾਂ ਥੱਲੇ ਰਹਿ ਜਾਂਦੀਆਂ ਹਨ। ਮਨੁੱਖ ਦੀ ਇੱਛਾ ਕੇਵਲ ਤੇ ਕੇਵਲ ਪ੍ਰਮਾਤਮਾ ਦੀ ਪ੍ਰਾਪਤੀ ਹੀ ਰਹਿ ਜਾਂਦੀ ਹੈ। ਇਹ ਆਤਮਿਕ ਗਿਆਨ ਦੀ ਤੀਬਰ ਇੱਛਾ ਹੋ ਜਾਂਦੀ ਹੈ, ਉਹਦੇ ਅੰਦਰ ਹਨੇਰੀਆਂ ਝੁੱਲ ਜਾਂਦੀਆਂ ਗਿਆਨ ਦੀਆਂ। ਗਿਆਨ ਦੀ ਕੋਈ ਕਮੀ ਨਹੀਂ ਹੈ, ਗਿਆਨ ਮਨੁੱਖ ਲੈ ਨਹੀਂ ਰਿਹਾ, ਮਨੁੱਖ ਦੀ ਆਪਣੀ ਕਮੀ ਹੈ। ਗਿਆਨ ਬਹੁਤ ਦਿੱਤਾ ਜਾ ਰਿਹਾ, ਤੇ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤੇ ਫਿਰ ਬਾਹਰੋਂ ਅੰਦਾਜ਼ਾ ਲਾ ਲਓ ਵੀ ਜਿੰਨੇ ਮਾੜੇ ਦਰਖਤ ਆ ਉਹ ਵੀ ਟੁੱਟ ਜਾਂਦੇ ਆ, ਤੇ ਜਿੰਨੇ ਗਲੇ ਸੜੇ ਪੱਤੇ ਆ ਉਹ ਵੀ ਖਿੰਡ ਜਾਂਦੇ ਆ, ਉਹ ਵੀ ਚਲ ਜਾਂਦੇ ਆ। ਮੈਂ ਤਾਂ ਇਹ ਸਮਝਦਾ ਕਿ ਜਿਹੜੀ ਹਨੇਰੀ ਆ, ਤੇਜ਼ ਹਵਾ ਚੱਲਣੀ ਆ, ਇਹ ਰੱਬ ਦੀ ਸਫਾਈ ਸੇਵਕ ਆ। ਇਹ ਸਫਾਈ ਕਰ ਦਿੰਦੀ ਹੈ, ਗਲਿਆ ਸੜਿਆ ਟੁੱਟਿਆ ਭੱਜਿਆ ਸਾਰਾ ਕੁਝ ਜਿਹੜਾ ਹੈ ਅੰਦਰੋਂ ਬਾਹਰ ਕੱਢ ਦਿੰਦੀ ਹੈ ਹਨੇਰੀ ਜਦੋਂ ਆਉਂਦੀ ਹੈ। ਇਸੇ ਤਰ੍ਹਾਂ ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ, ਜਿਹੜੇ ਮੇਰੇ ਮਨ ਦੇ ਗਲੇ ਸੜੇ ਵਿਚਾਰ ਆ
ਘਟੀਆ ਵਿਚਾਰ ਆ, ਘਟੀਆ ਪੱਤੇ ਆ, ਘਟੀਆ ਦਰਖਤ ਆ, ਘਟੀਆ ਝੌਂਪੜੀਆਂ, ਘਟੀਆ ਪਾਣਾ, ਉਹ ਸਾਰਾ ਇਸੇ ਤਰ੍ਹਾਂ ਗਿਆਨ ਦੀ ਹਨੇਰੀ ਨਾਲ ਨਿਕਲ ਜਾਂਦਾ। ਜਿਵੇਂ ਬਾਹਰੋਂ ਹਨੇਰੀ ਆਉਣ ਤੋਂ ਬਾਅਦ ਸਫਾਈ ਹੋ ਜਾਂਦੀ ਹੈ, ਇਸੇ ਤਰ੍ਹਾਂ ਭਾਈ ਮਨੁੱਖ ਜਦੋਂ ਧਰਮ ਵੱਲ ਨੂੰ ਚੱਲਦਾ, ਜਦੋਂ ਨਾਮ ਵੱਲ ਨੂੰ ਚੱਲਦਾ, ਜਦੋਂ ਗਿਆਨ ਵੱਲ ਨੂੰ ਚੱਲਦਾ, ਮਨੁੱਖ ਦੇ ਅੰਦਰ ਵੀ ਇੱਕ ਹਨੇਰੀ ਆਉਂਦੀ ਹੈ। ਉਹ ਹਨੇਰੀ ਨਾਲ ਫਿਰ ਕੀ ਹੁੰਦਾ ਭਾਈ, ਸਭੈ ਉਡਾਨੀ ਭਰਮ ਕੀ ਟਾਟੀ। ਜਿਹੜੀਆਂ ਭਰਮਾਂ ਭੁਲੇਖਿਆਂ ਦੀਆਂ ਟੈਂਟ ਤੋਂ ਛੋਟੀ ਟਾਟੀ, ਛੋਟੀਆਂ ਛੋਟੀਆਂ ਜਿਹੜੀਆਂ ਝੋਪੜੀਆਂ ਆਪਾਂ ਕਹਿ ਲਈਏ ਵੀ ਬਣਾਈ ਬੈਠਾ ਸੀ ਮੇਰਾ ਮਨ ਵਹਿਮਾਂ ਭਰਮਾਂ ਦੀਆਂ, ਉਹ ਸਾਰੀਆਂ ਟੁੱਟ ਗਈਆਂ। ਗੁਰੂ ਦੇ ਨਾਲ ਜੁੜਨ ਤੋਂ ਬਾਅਦ ਕੀ ਹੁੰਦਾ ਹੈ, ਇਹ ਸਵਾਲ ਆ ਆਪਣਾ ਅੱਜ ਦਾ। ਆਪਾਂ ਕਹਿੰਦੇ ਆ ਨਾ ਵੀ ਗੁਰੂ ਦੇ ਨਾਲ ਜੁੜ ਕੇ ਕੋਈ ਫਰਕ ਪੈਂਦਾ ਕਿ ਨਹੀਂ ਪੈਂਦਾ, ਕੀ ਹੁੰਦਾ ਅੰਦਰੋਂ ਬਾਹਰੋਂ ਫਰਕ ਪਵੇ ਨਾ ਪਵੇ। ਜਦੋਂ ਅੰਦਰੋਂ ਸਹੀ ਗਿਆਨ ਨਾਲ ਜੁੜ ਗਏ, ਅੰਦਰਲੀ ਘਾੜਤ ਐਂ ਘੜੀ ਜਾਂਦੀ ਹੈ, ਬੁਰੇ ਤੋਂ ਮਨੁੱਖ ਚੰਗਾ ਹੋ ਜਾਂਦਾ। ਮਨਮੁਖ ਵਾਲੇ ਵਿਚਾਰਾਂ ਤੋਂ, ਬੁਰੇ ਵਿਚਾਰਾਂ ਤੋਂ, ਘਟੀਆ ਵਿਚਾਰਾਂ ਤੋਂ ਖਹਿੜਾ ਛੁੱਟ ਜਾਂਦਾ। ਚੰਗੇ ਚੰਗੇ ਸੁੰਦਰ ਸੁੰਦਰ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ। ਭਰਮਾਂ ਭੁਲੇਖਿਆਂ ਦੀਆਂ ਸਾਰੀਆਂ ਜਿਹੜੀਆਂ ਝੌਪੜੀਆਂ ਸੀ ਟੁੱਟ ਜਾਂਦੀਆਂ। ਰਹੇ ਨਾ ਮਾਇਆ ਬਾਂਧੀ ਰਹਾਓ। ਜਿਹੜੀ ਮੈਂ ਵੱਡੀ ਮਾਇਆ ਦੀ ਤਿੰਨਾਂ ਗੁਣਾਂ ਦੀ ਝੌਂਪੜੀ ਦੇ ਵਿੱਚ ਬੈਠਾ ਸੀ, ਜਦੋਂ ਹਨੇਰੇ ਕਮਰੇ ਦੇ ਵਿੱਚ ਬੈਠਾ ਸੀ, ਜਦੋਂ ਉਹ ਝੌਂਪੜੀ ਟੁੱਟੀ, ਜਾਂ ਮੈਂ ਐਂ ਅੰਦਾਜ਼ਾ ਲਾ ਲਓ ਵੀ ਕੋਈ ਕਮਰੇ ਦੇ ਵਿੱਚ ਬੈਠਾ ਹਨੇਰੇ ਦੇ ਵਿੱਚ ਤੇ ਉਹ ਕੰਧ ਡਿੱਗ ਪਈ ਇੱਕ, ਜਦੋਂ ਬਾਹਰ ਪਤਾ ਲੱਗਿਆ ਤਾਂ ਚਾਨਣ ਹੀ ਚਾਨਣਾ। ਜਦੋਂ ਮਾਇਆ ਦੀ ਹਨੇਰੀ ਕਾਲ ਕੋਠੜੀ ਦੇ ਵਿੱਚੋਂ ਗੁਰੂ ਦੇ ਗਿਆਨ ਰਾਹੀਂ ਮੇਰੇ ਮਨ ਨੇ ਬਾਹਰ ਝਾਤੀ ਮਾਰੀ, ਭਾਵ ਮੇਰੇ ਮਨ ਦੇ ਅੰਦਰ ਗੁਰੂ ਦੇ ਗਿਆਨ ਦੀ ਹਨੇਰੀ ਆਈ, ਜਦੋਂ ਮੇਰੇ ਭਰਮਾਂ ਭੁਲੇਖਾਂ ਦੀਆਂ ਝੌਂਪੜੀਆਂ ਟੁੱਟੀਆਂ, ਤਾਂ ਮੈਨੂੰ ਸਵਾਦ ਆ ਗਿਆ, ਮੈਨੂੰ ਜਿਉਣ ਦਾ ਪਤਾ ਲੱਗ ਗਿਆ, ਮੈਨੂੰ ਆਨੰਦ ਆ ਗਿਆ। ਰਹੇ ਨਾ ਮਾਇਆ ਬਾਂਧੀ। ਹੁਣ ਨਾ ਮਾਇਆਵਾਦੀ ਵਿਚਾਰ ਰਹੇ ਤੇ ਨਾ ਮਨ ਮਾਇਆ ਵਾਲੇ ਪਾਸੇ ਨੂੰ ਜਾ ਸਕਦਾ। ਤਿੰਨਾਂ ਗੁਣਾਂ ਦੀ ਖਿੱਚ ਇਸ ਤਰ੍ਹਾਂ ਭਾਈ, ਜਿੰਨਾ ਮਰਜ਼ੀ ਗਿਆਨ ਲੈ ਲਓ, ਇਹ ਆਪਣੇ ਆਪ ਤੇ ਕੰਮ ਕਰਨਾ ਪਊਗਾ, ਖੁਦ ਤੇ। ਤਿੰਨਾਂ ਗੁਣਾਂ ਦੇ ਵਿੱਚ ਐਸੀ ਅਵਸਥਾ ਕਿ ਮਨ ਮਾਇਆ ਵੱਲ ਨੂੰ ਖਿੱਚਿਆ ਜਾਂਦਾ। ਚੌਥੇ ਪਦ ਦੇ ਵਿੱਚ ਉਤਲੀ ਹਵਾ 'ਚ ਚਲਿਆ ਜਾਣਾ। ਜਿਵੇਂ ਰਾਕਟ ਨੂੰ ਤਾਹਾਂ ਨੂੰ ਕਹਿੰਦੇ ਚਾੜਨ ਵਾਸਤੇ ਬਹੁਤ ਜ਼ੋਰ ਲੱਗਦਾ, ਜਦੋਂ ਕੀਰਾਂ ਤਾਹਾਂ ਚੜ੍ਹ ਜਾਂਦਾ ਫਿਰ ਉਹ ਉੱਡਿਆ ਫਿਰਦਾ। ਇਸੇ ਤਰ੍ਹਾਂ ਮਨ ਆ, ਜਿਹੜਾ ਮਨ ਗੁਰੂ ਦੇ ਗਿਆਨ ਦੇ ਰਾਹੀਂ, ਗੁਰੂ ਦੇ ਸੇਕ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਰਾਹੀਂ, ਗੁਰ ਪ੍ਰਸਾਦ ਦੇ ਰਾਹੀਂ ਕੇਰਾਂ ਤਿੰਨਾਂ ਗੁਣਾਂ ਦੀ ਝੌਂਪੜੀ 'ਚੋਂ ਬਾਹਰ ਹੋ ਗਿਆ, ਉਹਨੂੰ ਕਹਿੰਦੇ ਆ ਸਤਿਗੁਰ ਕੈ ਜਨਮੈ ਗਬਨ ਮਟਾਇਆ। ਨਵਾਂ ਜਨਮ ਪ੍ਰਾਪਤ ਹੁੰਦਾ ਗੁਰਬਾਣੀ ਦੇ ਨਾਲ ਜੁੜ ਕੇ ਮਨ ਨੂੰ ਭਾਈ। ਰਹੇ ਨਾ ਮਾਇਆ ਬਾਧੀ। ਹੁਣ ਮਾਇਆ ਦਾ ਬੰਧਿਆ ਹੋਇਆ ਮਨ ਨਹੀਂ ਰਹਿੰਦਾ। ਇਸ ਤਰ੍ਹਾਂ ਸਾਡੇ ਅੰਦਰ ਵੀ ਗੁਰੂ ਦੇ ਨਾਲ ਜੁੜਨ ਦੀ ਨਿਸ਼ਾਨੀ ਇਹ ਆ ਵੀ ਸਾਡੇ ਅੰਦਰੋਂ ਵਹਿਮ ਭਰਮ ਤੌਖਲੇ ਸਾਰੇ ਮਿਟ ਜਾਣੇ ਚਾਹੀਦੇ ਆ। ਮਾਇਆਵਾਦੀ ਵਿਚਾਰ ਸਾਡੇ ਖਤਮ ਹੋ ਜਾਣੇ ਚਾਹੀਦੇ ਆ ਤੇ ਨਵਾਂ ਜੀਵਨ ਪ੍ਰਾਪਤ ਹੁੰਦਾ ਭਾਈ। ਜਿਹੜੇ ਗੁਰੂ ਨਾਲ ਜੁੜਦੇ ਆ ਕਹਿੰਦੇ ਆ ਕੀ ਮਿਲਦਾ, ਆ ਮਿਲਦਾ ਭਾਈ, ਨਵਾਂ ਜੀਵਨ ਮਿਲਦਾ, ਜੀਵਨ ਮੁਕਤ ਅਵਸਥਾ ਮਿਲ ਜਾਂਦੀ ਹੈ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਮੁਕਤੀ ਨੂੰ ਜਾਣ ਨਹੀਂ ਸਕਦੇ, ਜਿਉਂਦਿਆਂ ਮੁਕਤੀ ਵਿਕਾਰਾਂ ਵਾਲੇ ਪਾਸੋਂ ਪ੍ਰਾਪਤ ਹੁੰਦੀ ਹੈ ਤੇ ਨਵਾਂ ਜੀਵਨ ਮਨੁੱਖ ਨੂੰ ਪ੍ਰਾਪਤ ਹੁੰਦਾ। ਗੁਰੂ ਨਾਲ ਜੁੜ ਕੇ ਆਹ ਅਵਸਥਾ ਬਣਦੀ ਹੈ ਭਾਈ। ਦੋ ਚਿੱਤੇ ਕੀ ਦੋਏ ਥੂਨ ਗਿਰਾਨੀ, ਮੋਹ ਬਲੇਡਾ ਟੂਟਾ। ਹੁਣ ਜਿਹੜਾ ਬੰਦਾ ਜਿੱਥੇ ਪਹੁੰਚ ਗਿਆ ਉਹੀ ਗੱਲ ਕਰ ਸਕਦਾ, ਉਨੀਓ ਹੀ ਗੱਲ ਕਰ ਸਕਦਾ। ਉਦੋਂ ਬਾਅਦ ਜਿਹੜੀ ਗੱਲ ਕਰੂਗਾ ਮਨੁੱਖ ਦੇ ਝੂਠ ਹੋਣਗੇ, ਜਿਹੜੇ ਜਿਵੇਂ ਕਹਿ ਲਈਏ ਵੀ ਐਵੇਂ ਗੱਲਾਂ ਕੀਤੀਆਂ ਹੋਣਗੀਆਂ। ਪਰ ਜਿਨ੍ਹਾਂ ਦੀ ਗੁਰਬਾਣੀ ਹੈ ਉਹਨਾਂ ਨੇ ਖੁਦ ਇਹ ਤਜਰਬਾ ਕੀਤਾ, ਖੁਦ ਉਹਨਾਂ ਦਾ ਸਾਰਾ ਕੁਝ ਇਹ ਅੰਦਰਲਾ ਕਾਰਜ ਹੋਇਆ, ਖੁਦ ਉਹਨਾਂ ਦੇ ਅੰਦਰੋਂ ਬਲੇਡੇ ਟੁੱਟੇ ਤੇ ਉਹਨਾਂ ਨੇ ਸਮਝਾਇਆ। ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਭਗਤ ਸਾਹਿਬਾਨਾਂ ਦੀ ਬਾਣੀ ਦਰਜ ਕੀਤੀ ਜਿਹੜੇ ਅੰਦਰਲਾ ਕਾਰਜ ਕਰ ਚੁੱਕੇ ਸੀ। ਭਾਵ ਕਿਵੇਂ ਹੁੰਦਾ ਅੰਦਰਲਾ ਕਾਰਜ? ਜਦੋਂ ਮਨੁੱਖ ਗੁਰੂ ਦੇ ਨਾਲ ਜੁੜਦਾ
ਫਿਰ ਕਿਵੇਂ ਇਹ ਅੰਦਰ ਆ ਜਿਹੜੀ ਤਿੰਨਾਂ ਗੁਣਾਂ ਦੀ ਛਪੜੀ ਪਈ ਹੋਈ ਹੈ ਨਾ। ਇੱਕ ਜਿਵੇਂ ਆਪਾਂ ਕਹਿ ਲਈਏ ਵੀ ਇੱਕ ਝੋਪੜੀ ਕਹਿ ਲਈਏ, ਝੋਪੜੀ ਦੇ ਅੰਦਰ ਹੁਣ ਮੈਂ ਰਹਿ ਰਿਹਾ ਅਤੇ ਮੈਂ ਆਲਾ ਦੁਆਲਾ ਪੂਰਾ ਕਰਤਾ ਬੰਦ। ਝੋਂਪੜੀ ਦੇ ਉੱਪਰ ਕਾਲੀ ਤਰਪਾਲ ਹੋਰ ਸੱਟ ਲਈ ਸਾਰੇ ਪਾਸੇ ਬੰਦ। ਹੁਣ ਸੂਰਜ ਚੜ੍ਹੇ ਦਾ ਪਤਾ ਲੱਗ ਜੂ? ਨਹੀਂ। ਕਿਉਂ? ਮੈਂ ਖੁਦ ਹਨੇਰੇ ਦੇ ਵਿੱਚ ਬੈਠਾ, ਸੂਰਜ ਤਾਂ ਚੜ੍ਹਿਆ ਹੋਇਆ। ਹੁਣ ਮੈਂ ਖੁਦ ਹਨੇਰਾ ਕਰੀ ਬੈਠਾ, ਖੁਦ ਮੈਂ ਝੌਂਪੜੀ ਬਣਾਈ ਬੈਠਾ। ਇਹ ਝੌਂਪੜੀ ਦੇ ਕਾਰਨ ਮੈਨੂੰ ਸੂਰਜ ਚੜ੍ਹਿਆ ਨਹੀਂ ਦਿੰਦਾ। ਉੱਲੂ ਕਹਿੰਦਾ ਵੀ ਦਿਨ ਚੜ੍ਹਿਆ ਹੀ ਨਹੀਂ। ਕਿਉਂ? ਉਹਨੂੰ ਨਹੀਂ ਦਿੰਦਾ। ਹੁਣ ਮੈਂ ਝੌਂਪੜੀ ਬਣਾਈ ਹੋਈ ਹੈ, ਜਦੋਂ ਮੈਂ ਇਹ ਝੌਂਪੜੀ ਸਿੱਟ ਲਈ ਅੱਜ, ਜੇ ਸਾਡਾ ਇਹ ਅੰਦਰਲਾ ਕਾਰਜ ਹੋ ਗਿਆ ਅਸੀਂ ਸੁਖੀ ਹੋ ਜਾਵਾਂਗੇ। ਕਿਹੜੀ ਝੌਂਪੜੀ ਹੈ ਉਹ ਸਮਝਾ ਰਹੇ ਹਨ ਭਗਤ ਕਬੀਰ ਜੀ। ਬਹੁਤ ਵੱਡਾ ਅਮੋਲਕ ਗਿਆਨ ਬਖਸ਼ ਰਹੇ ਹਨ। ਆਓ ਸਰਵਣ ਕਰੀਏ। ਦੁਚਿੱਤੇ ਕੀ ਦੋਏ ਥੂਨ ਗਿਰਾਨੀ। ਥੂਨ ਦਾ ਅਰਥ ਆ ਥੰਮੀਆਂ। ਪਹਿਲਾਂ ਝੌਂਪੜੀ ਦੀ ਤਿਆਰੀ ਜਦੋਂ ਆਪਾਂ ਕਰਦੇ ਹਾਂ, ਇੱਕ ਥੰਮੀ ਇੱਧਰ ਲਾਉਂਦੇ ਹਾਂ, ਇੱਕ ਥੰਮੀ ਇੱਧਰ ਲਾਉਂਦੇ ਹਾਂ। ਇਸ ਤਰ੍ਹਾਂ ਬਣਾ ਲਓ ਜਾਂ ਐਂ ਬਣਾ ਲਓ ਜਾਂ ਐਂ ਬਣਾ ਲਓ, ਇੱਕੋ ਹੀ ਗੱਲ ਆ। ਦੋ ਥੰਮੀਆਂ ਅਤੇ ਇਹਦੇ ਵਿਚਾਲੇ ਪੈਂਦਾ ਫਿਰ ਇੱਕ ਬਲਾ, ਜਿਹਨੂੰ ਬਲੇਡਾ ਕਹਿੰਦੇ ਆ, ਜਿਹਨੂੰ ਗੋਲਾ ਵੀ ਕਹਿੰਦੇ ਆ, ਜਿਹਨੂੰ ਗਾਡਰ, ਕੁਛ ਵੀ ਕਹਿ ਲਈਏ। ਦੋ ਥੰਮੀਆਂ, ਇੱਕ ਇੱਧਰ, ਉਹਦੇ ਉੱਪਰ ਪਿਆ ਬਲਾ, ਉਹਦੇ ਉੱਪਰ ਦੀ ਫਿਰ ਸ਼ੁਰੂਆਤ ਹੋਣੀ ਹੈ, ਫਿਰ ਝੌਂਪੜੀ ਬਣਦੀ ਹੈ। ਹੁਣ ਜਿਹੜੀ ਵਹਿਮਾਂ ਭਰਮਾਂ ਦੀ ਝੌਂਪੜੀ ਜਦੋਂ ਟੁੱਟਦੀ ਹੈ ਅਤੇ ਬਲੇ ਕਿਵੇਂ ਨਿਕਲਦੇ ਆ ਥੱਲਿਓਂ, ਉਹ ਸਮਝਾ ਰਹੇ ਹਨ ਭਗਤ ਕਬੀਰ ਜੀ। ਦੋ ਚਿੱਤੇ ਕੀ ਦੋਏ ਥੂਨ, ਦੋ ਥੰਮੀਆਂ ਦੁਚਿੱਤੀ ਦੀਆਂ। ਦੋ ਚਿੱਤੀ 'ਚ ਬੰਦਾ ਫਸਦਾ, ਦੋ ਚਿੱਤ 'ਚ ਫਸਦਾ। ਜਦੋਂ ਵੀ ਕਦੇ ਐਕਸੀਡੈਂਟ ਹੁੰਦਾ, ਕਦੇ ਵੀ ਬਾਹਰਲਾ ਦੇਖ ਲਿਓ, ਦੁਚਿੱਤੀ 'ਚ ਹੋਊਗਾ ਵੀ ਮੈਂ ਲੰਘ ਜੂੰ ਕਿ ਨਹੀਂ ਲੰਘ ਜੂੰ। ਅਤੇ ਬੰਦਾ ਵੀ ਮਰਦਾ ਦੁਚਿੱਤੀ ਦੇ ਵਿੱਚ ਹੀ ਹੈ। ਜੇ ਇੱਕ ਓਅੰਕਾਰ ਨਾਲ ਜੁੜ ਗਿਆ, ਇੱਕ ਪਰਮਾਤਮਾ ਨਾਲ ਜੁੜ ਗਿਆ ਤਾਂ ਠੀਕ ਆ, ਜੇ ਹੇਠਾਂ ਰਹਿ ਗਿਆ ਤਾਂ ਦੋ ਚਿੱਤੀ। ਜਦੋਂ ਇਹ ਹੋ ਗਿਆ ਕਿ ਰੱਬ ਕਿਤੇ ਹੋਰ ਆ, ਮੈਤੋਂ ਵੱਖਰਾ, ਉਦੋਂ ਕੀ ਬਣ ਗਈ? ਦੋ ਚਿੱਤੀ। ਉਦੋਂ ਉਹਦੇ ਵਾਸਤੇ ਕੰਮ ਕਰੂਗਾ ਮਨੁੱਖ, ਵੀ ਬਾਹਰੋਂ ਕਿਤੇ ਲੱਭਣ ਦੀ ਕੋਸ਼ਿਸ਼ ਕਰੂ, ਬਾਹਰ ਭਾਲਦਾ ਫਿਰੂ। ਦੁਚਿੱਤੀ ਖਤਮ ਕਦੋਂ ਹੋ? ਜਦੋਂ ਪਤਾ ਲੱਗ ਗਿਆ ਕਿ ਮੇਰੇ ਅੰਦਰ ਹੀ ਆ, ਮੈਂ ਹੀ ਆਪਣੇ ਆਪ ਨੂੰ ਸਵਾਰਨਾ, ਮੈਂ ਹੀ ਉਹਦਾ ਰੂਪ ਹਾਂ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਬਾਰ, ਜਿਨ ਮਾਨਸ ਤੇ ਦੇਵਤੇ ਕੀ, ਇਹ ਕਰਤ ਨਾ ਲਾਗੀ ਬਾਰ। ਦੂਜੇ ਪਾਸੇ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਜੇ ਨਾ ਜੁੜਿਆ ਤਾਂ ਮੈਂ ਇਹ ਬਣ ਜੂੰ, ਜੇ ਜੁੜ ਗਿਆ ਤਾਂ ਗੁਰਮੁਖ ਬਣ ਜੂੰ। ਗੁਰਮੁਖ ਕੀ? ਦੇਵਤਾ ਬਣ ਜੂੰ, ਕੁਝ ਨਾ ਕੁਝ ਸਮਾਜ ਨੂੰ ਦੇਣ ਵਾਲਾ ਬਣ ਜੂ। ਜਦੋਂ ਗਿਆਨ ਅੰਦਰ ਜਾਂਦਾ, ਫਿਰ ਅੰਦਰੋਂ ਕੀ ਹੁੰਦਾ? ਦੁਚਿੱਤੀ ਦੀ ਦੋਏ ਥੂਨ ਗਿਰਾਨੀ। ਦੋ ਚਿੱਤੀ ਦੀਆਂ ਦੋਨੇ ਥੰਮੀਆਂ ਗਿਰਾਨੀਆਂ ਡਿੱਗ ਪਈਆਂ। ਗੁਰੂ ਨੇ ਗਿਆਨ ਦਾ ਥੌੜਾ ਮਾਰਿਆ, ਥੱਲਿਓਂ ਹੀ ਕੱਢਤੀ। ਉਹ ਇੱਕ ਡਿੱਗ ਪਈ, ਦੂਜੀ ਫਿਰ ਦੌੜ ਦੇਣੇ ਝੱਪੜੀ ਸਾਰੀ ਡਿੱਗ ਪਈ। ਕਿਉਂਕਿ ਜਦੋਂ ਜਿਹਦੇ 'ਤੇ ਖੜੀ ਸੀ, ਦੁਚਿੱਤੀ ਸੀ ਜਿਹੜੀ, ਉਹੀ ਥੱਲੜੇ ਵਾਲੀ ਜਿਹੜੀ ਥੰਮੀ ਸੀ ਉਹ ਕੱਢਤੀ। ਥੂਨ ਗਿਰਾਨੀ ਮੋਹ ਬਲੇਡਾ ਟੂਟਾ। ਜਿਹੜਾ ਮੋਹ ਦਾ ਬਲਾ ਪਾਇਆ ਹੋਇਆ ਸੀ ਉੱਤੇ, ਜਿਹੜਾ ਮੈਂ ਕਹਿੰਦਾ ਸੀ ਮੈਂ, ਮੇਰਾ ਸਰੀਰ, ਮੇਰਾ ਪਰਿਵਾਰ, ਬਸ ਇਹ ਮੋਹ ਸੀ। ਦੂਜਿਆਂ ਨੂੰ ਕੁਛ ਵੀ ਹੋਵੇ, ਕਿੱਧਰ ਨੂੰ ਵੀ ਜਾਵੇ, ਬਸ ਆਪਣੇ ਤੱਕ ਹੀ ਸੀਮਤ ਰਹਿ ਜਾਣਾ। ਮੋਹ ਇਹਦਾ ਕਰਕੇ ਜਿਹੜਾ ਮੈਂ ਬਾਹਰੋਂ ਲੁੱਟ ਘਸੁੱਟ ਕਰਕੇ ਜਿਹੜਾ ਬਹੁ ਪ੍ਰਪੰਚ ਕਰ ਪਰਤਨ ਲਿਆਵੈ, ਸੁੱਤਦਾਰਾ ਪੈ ਆਨ ਲੁਟਾਵੈ। ਮਨ ਮੇਰੇ ਪੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਉਹ ਮੋਹ ਟੁੱਟ ਗਿਆ, ਮੋਹ ਦਾ ਬਲੇਡਾ ਟੁੱਟ ਗਿਆ। ਸਾਰਿਆਂ ਨੂੰ ਇੱਕ ਰੂਪ ਸਮਝਣਾ ਸ਼ੁਰੂ ਕਰ ਦਿੱਤਾ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ, ਗੁਰਹਾਈ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅੰਦਰੋਂ ਦੁਚਿੱਤੀ ਦੇ ਜਿਹੜੀ ਸੀ ਉਹ ਟੁੱਟ ਗਈ। ਤੂਨ ਮੋਹ ਬਲੇਡਾ ਟੂਟਾ। ਮੋਹ ਦਾ ਜਿਹੜਾ ਬਲਾ ਸੀ ਉਹ ਵੀ ਟੁੱਟ ਗਿਆ। ਭਾਵ ਫਿਰ ਕੀ ਹੋ ਗਿਆ? ਛਪੜੀ ਸਾਰੀ ਥੱਲੇ ਡਿੱਗ ਪਈ। ਤਿਸਨਾ ਛਾਨ ਪਰੀ ਧਰ ਉੱਪਰ। ਜਿਹੜੀ ਧਰਤੀ ਦੇ ਉੱਪਰ ਇਹ ਬਲੇਡਿਆਂ ਦੇ ਉੱਤੇ ਤ੍ਰਿਸ਼ਨਾ ਦੀ ਛਪਰੀ ਖੜੀ ਸੀ। ਤ੍ਰਿਸ਼ਨਾਲੂ ਬਿਰਤੀ ਸੀ। ਕਬੂ ਜੀੜਾ ਉਬ ਚੜ੍ਹਤਾ, ਕਬੂ ਜਾਏ ਭਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ,
ਚਾਰੇ ਕੁੰਟਾਂ ਭਾਲੇ। ਮਨ ਤ੍ਰਿਸ਼ਨਾ ਦੇ ਵਿੱਚ ਪਿਆ ਸੀ, ਉੱਤੇ ਥੱਲੇ ਹੋਈ ਜਾਂਦਾ ਸੀ। ਇਹ ਜਿਹੜੀ ਛਪੜੀ ਸੀ, ਤ੍ਰਿਸ਼ਨਾ ਦੇ ਤੀਰ ਤ੍ਰਿਸ਼ਨਾਲੂ ਬਿਰਤੀ ਖਤਮ ਹੋ ਗਈ, ਦੁਚਿੱਤੀ ਖਤਮ ਹੋ ਗਈ, ਮੋਹ ਖਤਮ ਹੋ ਗਿਆ। ਮੋਹ ਹੋ ਗਿਆ ਜਿਹੜਾ ਬਦਲ ਕੇ ਸਾਰਿਆਂ ਦੇ ਨਾਲ ਸਾਰਿਆਂ ਨੂੰ ਇੱਕੋ ਜਿਹਾ ਸਮਝਣ ਲੱਗ ਗਿਆ। ਤ੍ਰਿਸ਼ਨਾ ਤ੍ਰਿਸ਼ਨਾ ਰੂਪੀ ਜਿਹੜੇ ਅੰਦਰੋਂ ਵਿਚਾਰ ਨਿਕਲਦੇ ਸੀ ਉਹ ਸਾਰੇ ਧਰਤੀ ਤੇ ਡਿੱਗ ਪਈ, ਸਾਰੇ ਖਤਮ ਹੋ ਗਏ। ਧਰ ਉੱਪਰ ਦੁਰਮਤ ਭਾਂਡਾ ਫੂਟਾ। ਇਹ ਸਾਰਾ ਕੁਝ ਕਿਵੇਂ ਹੋਇਆ ਜੀ? ਕਿਵੇਂ ਇਹ ਸਾਰਾ ਜਿਹੜਾ ਬਦਲਾਵ ਹੋਇਆ? ਕਿਵੇਂ ਬੁਰਾਪਣ ਮੇਰਾ ਅੰਦਰੋਂ ਢਿਆ? ਕਿਵੇਂ ਅੰਦਰਲੀ ਘਾੜਤ ਜਿਹੜੀ ਮੇਰੀ ਬੁਰੀ ਸ੍ਰਿਸ਼ਟੀ ਸੀ ਖਤਮ ਹੋਈ? ਦੁਰਮਤ ਬੁਰੀ ਮੱਤ ਮੇਰੀ ਕਿਵੇਂ ਖਤਮ ਹੋਈ? ਜਦੋਂ ਮੈਂ ਗੁਰੂ ਦੀ ਮੱਤ ਲੈ ਲਈ। ਦੁਰਮਤ ਭਾਂਡਾ ਫੂਟਾ। ਬੁਰੀ ਮੱਤ ਦਾ ਭਾਂਡਾ ਟੁੱਟ ਗਿਆ। ਕਦੋਂ? ਜਦੋਂ ਮੈਂ ਗੁਰੂ ਦੇ ਲੜ ਲੱਗਿਆ, ਜਦੋਂ ਮੈਂ ਗੁਰੂ ਦੀ ਮੱਤ ਲੈਣ ਲੱਗਿਆ। ਫਿਰ ਕੀ ਹੋਇਆ ਜੀ? ਟੁੱਟ ਗਿਆ ਸਾਰਾ ਕੁਝ। ਹੁਣ ਦੇਖੋ, ਦੋ ਜ਼ਿੰਦਗੀਆਂ, ਇੱਥੇ ਆ ਕੇ ਫਰਕ ਪੈਂਦਾ। ਇੱਕ ਜੀਵਨ ਆ ਸਾਡਾ ਸੁਣਿਆ ਸੁਣਾਇਆ, ਗੱਲਾਂ ਬਚਪਨ ਤੋਂ ਜੋ ਅਸੀਂ ਸੁਣਦੇ ਹਾਂ। ਇਸੇ ਕਰਕੇ ਕਹੀਦਾ ਬੱਚਿਆਂ ਨੂੰ ਚੰਗਾ ਗਿਆਨ ਸੁਣਾਓ ਭਾਈ, ਸੱਚ ਸੁਣਾਓ। ਸਾਡੇ ਬੱਚੇ ਇਹੀ ਸਾਡਾ ਭਵਿੱਖ ਆ। ਇਹਨਾਂ ਨੂੰ ਗਿਆਨ ਦੀਆਂ ਗੱਲਾਂ, ਇਹ ਸੁਣੀਆਂ ਸੁਣਾਈਆਂ ਗੱਲਾਂ ਦਾ ਇੱਕ ਸਾਡਾ ਜਿਹੜਾ ਹੈ ਸਰੀਰ ਬਣ ਜਾਂਦਾ, ਜਿਹਨੂੰ ਕਹਿ ਲਈਏ। ਜਦੋਂ ਗੁਰੂ ਦਾ ਗਿਆਨ ਲੈਣ ਲੱਗਦੇ ਆ, ਫਿਰ ਕੰਪੀਟੀਸ਼ਨ ਹੁੰਦਾ, ਫਿਰ ਤੋੜ ਭੰਨ ਹੁੰਦੀ ਹੈ ਅੰਦਰ। ਫਿਰ ਅੰਦਰੋਂ ਸਾਰਾ ਉਹ ਵਹਿਮ ਭਰਮ ਤੌਖਲੇ ਜੋ ਵੀ ਸੀ ਮੇਰਾ ਜਨਮਾਂ ਜਨਮਾਂਤਰਾਂ ਦਾ, ਸਾਰਾ ਟੁੱਟ ਗਿਆ। ਬਿਲਕੁਲ ਐਨ ਸਫਾਈ ਹੋ ਗਈ ਅੰਦਰ। ਅੰਦਰ ਜਿੰਨੇ ਮੇਰੇ ਕੂੜ ਕਬਾੜ ਸੀ, ਜਿਵੇਂ ਆਪਾਂ ਸਫਾਈ ਕਰਨ ਤੋਂ ਬਾਅਦ ਘਰ ਵੀ ਵਧੀਆ ਵਧੀਆ ਲੱਗਣ ਲੱਗ ਜਾਂਦਾ, ਪੋਚੇ ਪਾਚੇ ਲਾ ਕੇ ਸਾਰੇ, ਫਿਰ ਬਹਿਣ ਨੂੰ ਜੀ ਕਰਦਾ। ਬਈ ਇਸ ਤਰ੍ਹਾਂ ਹੋ ਜਾਂਦਾ ਭਾਈ। ਗੁਰੂ ਦੇ ਗਿਆਨ ਨਾਲ ਜੁੜ ਕੇ ਪੁਰਾਣੇ ਵਿਚਾਰ, ਗੰਦੇ ਮੰਦੇ, ਸਾਰਾ ਕੁਝ ਨਿਕਲ ਜਾਂਦਾ। ਜਦੋਂ ਹਨੇਰੀ ਆਈ, ਜਦੋਂ ਹਨੇਰੀ ਨੇ ਪੱਤੇ ਪੁੱਤੇ ਸਾਰੇ ਸਾਫ਼ ਕਰਤੇ, ਪਿੱਛੋਂ ਕੀ ਹੁੰਦਾ? ਕਿਤੇ ਹਨੇਰੀ ਤੋਂ ਬਾਅਦ ਇੱਕ ਕੰਮ ਹੁੰਦਾ। ਫਿਰ ਇਹ ਜਦੋਂ ਤਿੰਨਾਂ ਗੁਣਾਂ ਦੇ ਵਿੱਚ ਹਨੇਰੀਆਂ ਸਾਰੀਆਂ ਚੱਲਦੀਆਂ, ਫਿਰ ਉਦੋਂ ਬਾਅਦ ਪੈਂਦੀਆਂ ਕਣੀਆਂ। ਫਿਰ ਉੱਥੇ ਗੱਲ ਬਣਦੀ ਹੈ ਮੀਂਹ ਤੋਂ ਬਾਅਦ, ਜਿਹੜਾ ਆਪਣੇ ਵਾਹਿਗੁਰੂ ਹਨੇਰੀ ਤੋਂ ਬਾਅਦ ਜਿਹੜਾ ਮੀਂਹ ਆਉਂਦਾ, ਉਹਦਾ ਜ਼ਿਕਰ ਭਗਤ ਜੀ ਕਰ ਰਹੇ ਹਨ। ਆਂਦੀ ਪਾਛੈ ਜੋ ਜਲ ਬਰਖੈ। ਹੁਣ ਸਾਫ਼ ਕਰ ਲਿਆ। ਮੈਂ ਆਪਣੇ ਵਿਚਾਰ ਛੱਡ ਦਿੱਤੇ, ਮੈਂ ਆਪਣੇ ਵਹਿਮ ਭਰਮ ਤੌਖਲੇ ਸਾਰਾ ਕੁਝ ਕੱਢ ਦਿੱਤਾ। ਮੈਂ ਆਪਣੇ ਸ਼ੰਕੇ ਸਾਰਾ ਕੁਝ ਮੈਂ ਜਿਹੜਾ ਸੀ ਪਰੇ ਦੂਰ ਕਰ ਦਿੱਤਾ। ਗੁਰੂ ਜੀ ਜੋ ਹੁਣ ਤੁਸੀਂ ਕਹੋਗੇ ਨਾ ਉਹ ਸੱਚ ਆ। ਜਿੱਦਾਂ ਮੱਥਾ ਟੇਕਿਆ ਗਿਆ ਨਾ, ਸਮਝ ਲਓ ਆਪਣਾ ਗੁਰੂ ਗ੍ਰੰਥ ਸਾਹਿਬ ਨੂੰ ਅੰਦਰੋਂ, ਸਮਝ ਲਓ ਮੈਂ ਆਪਣੀ ਮੱਤ ਦਾ ਮੱਥਾ ਟੇਕਤਾ। ਮੈਨੂੰ ਗੁਰੂ ਜੀ ਤੁਸੀਂ ਆਪਣੀ ਮੱਤ ਦਿਓ, ਬੁਰੀ ਮੱਤ ਮੇਰੀ ਖਤਮ ਕਰ ਦਿਓ। ਆਂਦੀ ਪਾਛੇ ਜੋ ਜਲ ਬਰਖੈ, ਤਿਹ ਤੇਰਾ ਜਨ ਭੀਨਾ। ਹੁਣ ਉਹ ਹਨੇਰੀ ਤੋਂ ਬਾਅਦ ਜਦੋਂ ਫਿਰ ਮੀਂਹ ਪਿਆ ਇਹ ਵਿਚਾਰਾਂ ਦਾ, ਤੇਰਾ ਜਨ ਤੇਰਾ ਦਾਸ ਉਹਦੇ 'ਚ ਭਿੱਜ ਗਿਆ। ਇਸ਼ਨਾਨ ਕੀਤਾ, ਫਿਰ ਆਪ ਦਾ ਸਾਰਾ ਕੁਝ ਛੱਡ ਕੇ ਜਦੋਂ ਮੈਂ ਐਨ ਗੁਰੂ ਦੇ ਦੁਆਰੇ 'ਤੇ ਆ ਗਿਆ, ਗੁਰੂ ਦੇ ਫਿਰ ਸੱਚੇ ਗਿਆਨ ਦਾ ਮੀਂਹ ਪੈਂਦਾ। ਉੱਥੇ ਫਿਰ ਜਨ ਬਣ ਕੇ ਉਹ ਮੀਂਹ ਪਵਾ ਹੁੰਦਾ। ਮੀਂਹ ਪਵਾਉਣਾ ਇਹ ਆਪਦੇ ਬੱਸ 'ਚ ਆ, ਮੀਂਹ ਪੈ ਰਿਹਾ। ਹੁਣ ਆਪਣਾ ਜਿਹੜਾ ਸੀ, ਆਪਣੇ ਆਪ ਨੂੰ ਜਿਹੜਾ ਝੋਪੜੀ ਆਪਣੀ ਹਉਮੈ ਦੀ, ਹੰਕਾਰ ਦੀ, ਇਹ ਤੋੜ ਕੇ ਉਹ ਮੀਂਹ ਪੈਣਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਜਿੰਨਾ ਚਿਰ ਮਨੁੱਖ ਦੇ ਅੰਦਰ ਹਉਮੈ ਦਾ ਢੱਕਣ ਲੱਗਿਆ ਹੋਇਆ, ਉਨਾ ਚਿਰ ਗੁਰੂ ਦਾ ਗਿਆਨ ਅੰਦਰ ਨਹੀਂ ਜਾਵੇਗਾ। ਪਹਿਲਾਂ ਗੁਰੂ ਦਾ ਗਿਆਨ ਲੈ ਕੇ ਆਪਣਾ ਹਉਮੈ ਦਾ ਢੱਕਣ ਚੁੱਕਿਆ ਜਾਵੇਗਾ, ਫਿਰ ਉਸ ਤੋਂ ਬਾਅਦ ਗੁਰੂ ਦਾ ਗਿਆਨ ਅੰਦਰ ਜਾਵੇਗਾ। ਭਾਵ ਗੁਰੂ ਦੇ ਗਿਆਨ ਲੈਣ ਤੋਂ ਪਹਿਲਾਂ ਆਪਣੀ ਪਦਵੀ, ਆਪਣੀ ਪੋਸਟ, ਆਪਣੀ ਹਉਮੈ, ਆਪਣਾ ਹੰਕਾਰ, ਸਾਰਾ ਕੁਝ ਜੁੱਤੀਆਂ ਕੋਲੇ ਛੱਡ ਕੇ ਆਉਣਾ ਚਾਹੀਦਾ। ਉਸ ਤੋਂ ਬਾਅਦ ਬਿਲਕੁਲ ਨਿਮਾਣਾ ਹੋ ਕੇ, ਨਤਾਣਾ ਹੋ ਕੇ, ਅਨਪੜ੍ਹ ਹੋ ਕੇ ਗੁਰੂ ਦਾ ਗਿਆਨ ਦਿਓ ਜੀ ਸਾਨੂੰ।
ਆਂਦੀ ਪਾਛੈ ਜੋ ਜਲ ਬਰਖੈ ਤਹਿ ਤੇਰਾ ਜਨ ਭੀਨਾ। ਕਹਿ ਕਬੀਰ ਮਨ ਭਇਆ ਪਰਗਾਸਾ ਉਦੈ ਭਾਨ ਜਬ ਚੀਨਾ। ਪਹਿਲਾਂ ਝੌਂਪੜੀ ਸੀ, ਦੁਚਿੱਤੇ ਦੀ ਬਣੀ ਹੋਈ ਸੀ। ਮੈਂ ਹੋਰ ਹਾਂ, ਰੱਬ ਹੋਰ ਹਾਂ, ਉਰੇ ਪਰੇ ਵਹਿਮਾਂ ਭਰਮਾਂ 'ਚ ਇੱਥੋਂ ਹੀ ਸ਼ੁਰੂਆਤ ਹੋਈ ਸੀ। ਵਿਛੋੜੇ ਤੋਂ ਦੁੱਖਾਂ ਦੀ ਸ਼ੁਰੂਆਤ ਇੱਕ ਨਹੀਂ ਸੀ ਹੋਇਆ, ਕਿਉਂਕਿ ਮੈਨੂੰ ਪਤਾ ਨਹੀਂ ਸੀ, ਗੁਰੂ ਤੋਂ ਬਿਨਾਂ ਪਤਾ ਨਹੀਂ ਵੀ ਰੱਬ ਕਿੱਥੇ ਰਹਿੰਦਾ, ਕਿਹਦੇ ਨਾਲ ਮਿਲਣਾ, ਕਿਵੇਂ ਮਿਲਣਾ। ਗੁਰੂ ਦੇ ਗਿਆਨ ਦੇ ਰਾਹੀਂ ਇਹ ਸਾਰਾ ਕੁਝ ਹੋ ਗਿਆ। ਕਹਿ ਕਬੀਰ ਮਨ ਭਇਆ ਪ੍ਰਗਾਸਾ, ਮਨ ਦੇ ਵਿੱਚ ਪ੍ਰਗਾਸ਼ ਹੋ ਗਿਆ, ਮਨ ਦੇ ਵਿੱਚ ਚਾਨਣ ਹੋ ਗਿਆ। ਗੁਰਬਾਣੀ ਕੀ ਹੈ? ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਪਹਿਲਾਂ ਮੇਰੇ ਅੰਦਰ ਹਨੇਰਾ ਸੀ, ਪਹਿਲਾਂ ਮੈਂ ਆਪਣੇ ਅੰਦਰ ਹੀ ਜਿਹੜਾ ਠੇਡੇ ਖਾ ਡਿੱਗੀ ਜਾਂਦਾ ਸੀ। ਜਿਸ ਤਰ੍ਹਾਂ ਇੱਕ ਕਲਾਸਰੂਮ ਦੇ ਵਿੱਚ ਜਿੰਨਾ ਚਿਰ ਹਨੇਰਾ ਹੁੰਦਾ ਗੁਰਮੁਖ ਪਿਆਰਿਓ, ਉਹਨਾਂ ਚਿਰ ਮਨੁੱਖ ਉਸੇ ਬੈਂਚਾਂ ਦੇ ਵਿੱਚ, ਉਸੇ ਜਿਹੜਾ ਕੁਰਸੀ ਦੇ ਵਿੱਚ ਜਿਹੜਾ ਅੜਕ ਡਿੱਗੀ ਜਾਂਦਾ। ਜਦੋਂ ਲਾਈਟ ਜਗ ਪਈ, ਬੈਂਚ ਸਹੀ ਹੋ ਗਏ, ਕੁਰਸੀ ਆਪਣੀ ਜਗ੍ਹਾ ਹੋ ਗਈ, ਉੱਥੇ ਬੈਠ ਕੇ ਬੱਚੇ ਪੜ੍ਹ ਵੀ ਸਕਦੇ ਆ। ਇੱਕ ਵਧੀਆ ਕਲਾਸਰੂਮ ਬਣ ਜਾਂਦਾ ਅਤੇ ਉਹੀ ਅਗੜ ਦੁਗੜ ਆ, ਉਹਦੇ ਵਿੱਚ ਮਨੁੱਖ ਠੇਡੇ ਖਾਂਦਾ। ਇਸੇ ਤਰ੍ਹਾਂ ਸਾਡਾ ਅੰਦਰਲਾ, ਸਾਡੇ ਵਿਚਾਰ ਆ ਜਿਹੜੇ ਇਹ ਅਗੜ ਦੁਗੜੇ ਆ, ਅੰਦਰ ਹਨੇਰਾ, ਅਤੇ ਹਨੇਰੇ ਦੇ ਵਿੱਚ ਅੰਦਰ ਹੀ ਅਸੀਂ ਠੇਡੇ ਖਾਈ ਜਾਂਦੇ ਆ। ਜਦੋਂ ਗੁਰਬਾਣੀ ਅੰਦਰ ਚਲੀ ਗਈ, ਜਦੋਂ ਅੰਦਰ ਪ੍ਰਕਾਸ਼ ਹੋ ਗਿਆ, ਜਦੋਂ ਅੰਦਰ ਚਾਨਣ ਹੋ ਗਿਆ, ਫਿਰ ਜ਼ਿੰਦਗੀ ਦਾ ਪਤਾ ਲੱਗਣਾ, ਫਿਰ ਆਪਣੇ ਆਪ ਦਾ ਪਤਾ ਲੱਗਣਾ, ਫਿਰ ਪਤਾ ਲੱਗਣਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ। ਆਪਨੜੈ ਗਿਰੀਬਾਨ ਮਹਿ ਸਿਰ ਨੀਮਾ ਕਰ ਦੇਖ। ਜਦੋਂ ਮਨੁੱਖ ਨੇ ਆਪਣੇ ਅੰਦਰ ਝਾਤੀ ਮਾਰ ਲਈ, ਬਸ ਸਿਰ ਨੀਮਾ ਕਰਕੇ ਦੇਖ ਲਿਆ, ਸਮਝ ਲਓ ਸਬਰ ਨਾਲ ਮਨੁੱਖ ਸ਼ੁਰੂ ਹੋ ਜਾਂਦਾ। ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ। ਉਦੈ ਭਾਨ ਹੁੰਦਾ ਸੂਰਜ। ਜਦੋਂ ਛਪੜੀ ਦੇ ਅੰਦਰ ਸੀ ਉਦੋਂ ਸੂਰਜ ਚੜ੍ਹਿਆ ਦੀਂਦਾ ਨਹੀਂ ਸੀ। ਜਦੋਂ ਛਪੜੀ ਟੁੱਟ ਗਈ ਅਤੇ ਬਾਹਰਲੇ ਸੂਰਜ ਦੇ ਧੁੱਪ ਦੇ ਸਾਰੇ ਨਜ਼ਾਰੇ ਲੈਣ ਲੱਗ ਗਿਆ। ਇਸੇ ਤਰ੍ਹਾਂ ਮੇਰਾ ਮਨ ਜਿੰਨਾ ਚਿਰ ਦੁਚਿੱਤੀ ਦੀ ਛਪੜੀ ਬਣਾਈ ਬੈਠਾ ਸੀ, ਵਹਿਮਾਂ ਭਰਮਾਂ ਦੇ ਵਿੱਚ ਬੈਠਾ ਸੀ, ਅੰਦਰ ਹਨੇਰਾ ਕਰੀ ਬੈਠਾ ਸੀ, ਉਨਾ ਚਿਰ ਗੱਲ ਨਹੀਂ ਬਣਦੀ ਸੀ। ਹੁਣ ਜਦੋਂ ਗੁਰੂ ਦੇ ਅੱਗੇ ਢਹਿ ਪਿਆ, ਡਿੱਗ ਪਿਆ, ਗੁਰੂ ਨੇ ਗਿਆਨ ਦਿੱਤਾ, ਗੁਰੂ ਨੇ ਜਿਹੜੀਆਂ ਵਹਿਮਾਂ ਭਰਮਾਂ ਦੀਆਂ ਜਿਹੜੀਆਂ ਸੀ ਟਾਟੀਆਂ ਉਹ ਤੋੜ ਦਿੱਤੀਆਂ, ਸਾਰਾ ਕੁਝ ਜਿਹੜਾ ਸੀ ਖਤਮ ਹੋ ਗਿਆ ਅੰਦਰੋਂ, ਵਹਿਮ ਭਰਮ ਤੌਖਲੇ, ਅਤੇ ਪਰਮਾਤਮਾ ਦੇ ਗਿਆਨ ਦਾ ਸੂਰਜ ਅੰਦਰੋਂ ਹੀ ਚੜ੍ਹ ਗਿਆ। ਗੁਰਬਾਣੀ ਵੀ ਸੂਰਜ ਆ। ਇਹ ਸੂਰਜ ਦੇ ਨਾਲ ਜੁੜ ਕੇ ਅਸੀਂ ਆਪਣੇ ਅੰਦਰੋਂ ਸੂਰਜ ਚੜ੍ਹਾ ਸਕਦੇ ਹਾਂ, ਆਪਣੇ ਅੰਦਰੋਂ ਚਾਨਣ ਕਰ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰੇ ਜਾਣੇ ਗੁਰਬਾਣੀ ਦੇ ਨਾਲ ਜੁੜੀਏ, ਆਪ ਵੀ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਜੋੜੀਏ, ਤਾਂ ਕਿ ਸਾਡੇ ਅੰਦਰੋਂ ਇਹ ਜਿਹੜੇ ਵਹਿਮ ਭਰਮ ਤੌਖਲੇ ਆ ਇਹ ਸਾਰੇ ਨਿਕਲ ਜਾਣ ਅਤੇ ਅਸੀਂ ਅੰਦਰੋਂ ਹੀ ਆਨੰਦ ਪ੍ਰਾਪਤ ਕਰ ਸਕੀਏ, ਆਨੰਦਿਤ ਜੀਵਨ ਬਤੀਤ ਕਰਕੇ ਇੱਥੋਂ ਜਾਈਏ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਦੇ ਨਾਲ ਜੁੜਨ ਦੀ ਇਹੀ ਨਿਸ਼ਾਨੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਖੇੜੇ ਦੇ ਵਿੱਚ ਰਹੀਏ, ਸਦਾ ਚਾਨਣ ਦੇ ਵਿੱਚ ਰਹੀਏ। ਬਾਹਰਲੀ ਦੁਨੀਆ ਹੋਰ ਆ, ਅੰਦਰਲੀ ਦੁਨੀਆ ਹੋਰ ਆ। ਅੰਦਰਲੀ ਦੁਨੀਆ ਦੀ ਖੋਜ ਕਰੀਏ, ਆਪਣੇ ਆਪ ਦੀ ਖੋਜ ਕਰੀਏ। ਆਪ ਸਵਾਰਾ ਹੈ, ਮੈਂ ਮਿਲਾ ਹੈ, ਮੈਂ ਮਿਲਿਆ ਸੁਖ ਹੋਏ। ਬਸ ਮਨ ਜੀਤੇ ਜਗ ਜੀਤ ਵਾਲੀ ਅਵਸਥਾ ਬਣਾਉਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ, ਆਪਣੇ ਅੰਦਰ ਨੂੰ ਮਨਮੁਖ ਤੋਂ ਗੁਰਮੁਖ ਬਣਾਉਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦਾ ਇਹ ਜਿਹੜਾ ਕਾਰਜ ਆ ਇਹ ਹੋ ਜਾਵੇ, ਜਿਹਨੂੰ ਗੁਰਬਾਣੀ ਦੇ ਵਿੱਚ ਕਿਹਾ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ, ਸਾਰਿਆਂ ਦਾ ਇਹ ਕਾਰਜ ਸਬਰ ਜਾਵੇ। ਇਹਦੇ ਵਿੱਚ ਕੋਈ ਬਾਹਰਲਾ ਬਹੁਤਾ ਜਿਹੜਾ ਹੈ ਡਿੱਕਾ ਨਹੀਂ ਬਣਦਾ। ਜੇ ਆਪਾਂ ਕਹੀਏ ਗਿਆਨ ਲੈਣ ਦੇ ਵਿੱਚ, ਬਸ ਆਪਣੇ ਅੰਦਰ ਇਹ ਖਿੱਚ ਪੈਦਾ ਕਰੀਏ, ਕੋਸ਼ਿਸ਼ ਪੈਦਾ ਕਰੀਏ। ਗੁਰਮੁਖ ਪਿਆਰੇ ਥਾਂ ਥਾਂ ਬੈਠੇ ਆ ਗਿਆਨ ਦੇਣ ਵਾਲੇ, ਬਸ ਜਾਂ ਆਪ ਜੁੜ ਪਈਏ, ਥੋੜ੍ਹਾ ਬਹੁਤਾ ਜਿਹੜਾ ਹੈਗਾ
ਸਿੱਖਿਆ ਲੈਣੀ ਪੈਂਦੀ ਹੈ। ਉਸ ਤੋਂ ਬਾਅਦ ਆਪਣੇ ਆਪ ਗੁਰਬਾਣੀ ਦੀ ਜਿਹੜੀ ਬਣਤਰ ਹੀ ਐਸੀ ਆ, ਮੇਰਾ ਮੰਨਣਾ ਤਾਂ ਇਹ ਆ ਵੀ ਇੱਕ ਓਅੰਕਾਰ ਤੋਂ ਬੰਦਾ ਪੜ੍ਹਦਾ ਸਮਝਦਾ ਜਦੋਂ 18 10 20 ਤੱਕ ਜਾਂਦਾ ਨਾ, ਬਸ ਉਦੋਂ ਬਾਅਦ ਸਿਰ ਚੱਕ ਕੇ ਦੇਖੇ ਸਵਰਿਆ ਹੋਊਗਾ। ਇਹ ਨਹੀਂ ਪਤਾ ਵੀ ਸਮਾਂ ਕਿੰਨਾ ਲੱਗ ਜੇ, ਕਈ ਵਾਰੀ ਸਾਰੀ ਉਮਰ ਵੀ ਲੱਗ ਸਕਦੀ ਹੈ, ਕਈ ਜਨਮ ਵੀ ਲੱਗ ਸਕਦੇ ਆ। ਇਹ ਵੱਖਰਾ ਵੱਖਰਾ ਜਿਹੋ ਜਿਹੀ ਨੀਤ ਉਹੋ ਜਿਹੀ ਮੁਰਾਦ। ਗੁਰਬਾਣੀ ਬਸ ਧੋ ਦਿੰਦੀ ਆ ਅੰਦਰ ਨੂੰ। ਧੋਣਾ ਆਪਣੇ ਆਪ ਨੂੰ ਆ, ਮਿਹਨਤ ਹੁਣ ਮੈਂ ਕਰਨੀ ਹੈ, ਮੇਰੇ 'ਤੇ ਆ ਬਸ ਬਈ ਮੈਂ ਕਿੰਨਾ ਗਿਆਨ ਲੈਣਾ, ਕਿੰਨੀ ਸ਼ਰਧਾ ਭਾਵਨਾ ਗੁਰਬਾਣੀ 'ਤੇ ਰੱਖੀਏ। ਬੜਾ ਵੱਡਾ ਗਿਆਨ ਆ। ਆਪ ਵੀ ਜੁੜੀਏ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਗੁਰਬਾਣੀ ਦੇ ਨਾਲ ਜੋੜੀਏ। ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।